ਪੰਜਾਬ 'ਚ ਜਿਵੇਂ ਜਿਵੇਂ ਚੁਣਾਵੀ ਮਾਹੌਲ ਜਿਹੜਾ ਭਖਦਾ ਜਾ ਰਿਹਾ ਹੈ ਤੇ ਹਰ ਜਿਹੜੀ ਪਾਰਟੀ ਆ ਉਹਦੇ ਉਮੀਦਵਾਰ ਜਿਹੜੇ ਨੇ ਉਹ ਕਿਸੇ ਨਾ ਕਿਸੇ ਤਰੀਕੇ ਜਿਹੜੇ ਆਮ ਜਨਤਾ ਦੇ ਨਾਲ ਆਪਣਾ ਰਾਬਤਾ ਵਧਾਉਂਦੇ ਜਾ ਰਹੇ ਨੇ। ਅੱਜ ਇਸੇ ਲੜੀ ਦੇ ਵਿੱਚ ਭਾਜਪਾ ਦੀ ਪੰਜਾਬ ਬੋਡੀ ਦੇ ਐਗਜ਼ੀਕਿਊਟਿਵ ਮੈਂਬਰ ਸ਼੍ਰੀ ਅਜੇ ਥਾਪਰ ਜੀ ਉਹਨਾਂ ਨਾਲ ਗੱਲਬਾਤ ਕਰਨ ਆਏ ਆ। ਭਾਜਪਾ ਨਾਲ ਬੜਾ ਉਹਨਾਂ ਸਮੇਂ ਦੇ ਵਿੱਚ ਇਹਨਾਂ ਨੇ ਜੁਆਇਨ ਕੀਤਾ ਜਦੋਂ ਭਾਜਪਾ ਦੇ ਲੋਕ ਸਾਥ ਛੱਡ ਰਹੇ ਸੀ, ਕਰੀਬ 1.5 ਸਾਲ ਪਹਿਲਾਂ। ਉਸ ਤੋਂ ਪਹਿਲਾਂ ਸਾਲ ਦਾ ਲੰਮਾ ਇਹਨਾਂ ਦਾ ਪੋਲੀਟੀਕਲ ਸਫ਼ਰ ਹੈ ਜਿਹਦੇ ਵਿੱਚ ਇਹਨਾਂ ਨੇ ਵੱਖ-ਵੱਖ ਪਾਰਟੀਆਂ ਦੇ ਨਾਲ ਕੰਮ ਕੀਤਾ ਆ। ਸਿਧਾਂਤਾਂ ਤੋਂ ਇਹ ਕਦੇ ਨਹੀਂ ਡੋਲੇ ਔਰ ਹਮੇਸ਼ਾ ਹੀ ਸਿਧਾਂਤਕ ਗੱਲ ਕੀਤੀ ਹੈ। ਔਰ ਅੱਜ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਇਹਨਾਂ ਦਾ ਫਿਊਚਰ ਦੇ ਵਿੱਚ ਕੀ ਏਜੰਡਾ ਹੈ, ਕੀ ਪ੍ਰੋਗਰਾਮ ਨੇ। ਸਤਿ ਸ਼੍ਰੀ ਅਕਾਲ ਜੀ ਸਾਰੇ ਸਟਿੰਗ ਨਿਊਜ਼ ਦੇ ਸਾਰੇ ਦੇਖਣ ਵਾਲੇ ਦਰਸ਼ਕਾਂ ਨੂੰ ਔਰ ਸਾਰੇ ਇੱਕ ਨੂੰ ਪੰਜਾਬੀ ਨੂੰ ਪਟਿਆਲਵੀ ਨੂੰ ਮੇਰੇ ਵੱਲੋਂ ਬਹੁਤ-ਬਹੁਤ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਜੀ ਬਹੁਤ ਹੀ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਇੱਕ ਬੇਦਾਗ 30 ਸਾਲ ਦਾ ਸਫ਼ਰ ਤੁਹਾਡਾ ਰਿਹਾ ਆ ਤੇ ਉਹ ਸਮੇਂ ਦੇ ਵਿੱਚ ਜਦੋਂ ਭਾਜਪਾ ਤੋਂ ਲੋਕ ਦੂਰ ਜਾ ਰਹੇ ਸੀ, ਯਾਨੀ ਕਿ ਕਰੀਬ 1 ਸਾਲ ਪਹਿਲਾਂ ਜਦੋਂ ਦਾ ਕਿਸਾਨੀ ਅੰਦੋਲਨ ਚੱਲਿਆ ਤੇ ਤੁਸੀਂ ਭਾਜਪਾ ਦੇ ਨਾਲ ਜੁੜੇ ਹੋ, ਅਜਿਹੀ ਕਿਹੜੀ ਬਿਹਤਰੀਨ ਗੱਲ ਸੀ ਵੀ ਜਿਹਨੇ ਤੁਹਾਨੂੰ ਇਸ ਗੱਲ ਵੱਲ ਮਹਿਸੂਸ ਕੀਤਾ ਵੀ ਇਹ ਜਿਹੜੀ ਪਾਰਟੀ ਹੈ ਮੈਨੂੰ ਇਹਦੇ ਨਾਲ ਜੁੜਨਾ ਚਾਹੀਦਾ? ਦੇਖੋ ਪਾਰਟੀਆਂ ਤੇ ਚਲੋ ਅਸੀਂ ਇੱਕ ਦੋ ਪਾਰਟੀਆਂ ਨਾਲ ਬੜੇ ਅੱਛੇ ਵੱਡੇ ਲੈਵਲ ਤੇ ਸੰਬੰਧ ਵੀ ਰੱਖੇ, ਬਹੁਤ ਵਰਕ ਵੀ ਬਹੁਤ ਹਾਰਡ ਤਰੀਕੇ ਨਾਲ ਕੀਤਾ, ਪਰ ਜਿਸ ਨਾਲ ਵੀ ਰਹੇ ਸਿੰਸੀਅਰ ਰਹੇ। ਪਰ ਸਾਲ ਪਹਿਲਾਂ ਜਦੋਂ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਤੋਂ ਸੈਪਰੇਟ ਹੋਈ ਤਾਂ ਮੈਂ ਉਹਨਾਂ ਦੀ ਵਰਕਿੰਗ ਨੂੰ ਅਕਾਲੀ ਦਲ 'ਚ ਰਹਿੰਦੇ ਹੋਏ ਵੀ ਬਹੁਤ ਧਿਆਨ ਨਾਲ ਦੇਖਿਆ ਸੀ। ਮੈਨੂੰ ਉਹ ਦੇਸ਼ ਭਗਤ ਪਾਰਟੀ ਲੱਗੀ, ਸਿਧਾਂਤਾਂ 'ਤੇ ਖੜਨ ਵਾਲੀ ਪਾਰਟੀ ਲੱਗੀ। ਉਹ ਕਿਹੋ ਜਿਹੀ ਪਾਰਟੀ ਲੱਗੀ ਕਿ ਜਿਸ ਦੇ ਬੜੇ ਅੱਛੇ ਅਸੂਲ ਨੇ ਔਰ ਜੋ ਦੇਸ਼ ਦੇ ਖਾਤਰ ਸਭ ਤੋਂ ਪਹਿਲਾਂ ਆਪਣਾ ਹਿੱਤ ਵਾਰਨ ਨੂੰ ਵੀ ਤਿਆਰ ਰਹਿੰਦੀ ਹੈ। ਅਜਿਹੀ ਪਾਰਟੀ ਨਾਲ ਲੱਗ ਕੇ ਮੈਨੂੰ ਬੜਾ ਪ੍ਰਾਊਡ ਮਹਿਸੂਸ ਹੋਇਆ। ਇਸੇ ਵਜ੍ਹਾ ਕਰਕੇ ਮੈਂ ਇਸ ਪਾਰਟੀ ਨਾਲ ਜੁੜਿਆ। ਜਦੋਂ ਤੁਸੀਂ ਕਾਂਗਰਸ ਨਾਲ ਵੀ ਲੰਮਾ ਸਮਾਂ ਰਹੇ ਹੋ ਔਰ ਅਕਾਲੀ ਦਲ ਨਾਲ ਵੀ ਲੰਮਾ ਸਮਾਂ ਰਹੇ ਹੋ ਤੇ ਜਿਹੜੀ ਗੱਲ ਤੁਸੀਂ ਰਾਸ਼ਟਰਵਾਦ ਦੀ ਕੀਤੀ ਹੈ ਉਹਦੇ 'ਚ ਕਿਸ ਤਰ੍ਹਾਂ ਮਹਿਸੂਸ ਕੀਤਾ ਵੀ ਕੋਈ ਖੇਤਰੀ ਪਾਰਟੀਆਂ ਜਾਂ ਜਿਹੜੀ ਇੱਕ ਨੈਸ਼ਨਲ ਪਾਰਟੀ ਉਹਦੇ 'ਚ ਫਰਕ ਮਹਿਸੂਸ ਕੀਤਾ ਤੁਸੀਂ? ਹਾਂਜੀ ਗਰਵਰ ਸਾਹਿਬ, ਜਿਹੜਾ ਖੇਤਰੀ ਪਾਰਟੀਆਂ ਨੇ ਦਰਅਸਲ ਉਹਨਾਂ ਦਾ ਦਾਇਰਾ ਵੀ ਬੜਾ ਸੀਮਿਤ ਹੁੰਦਾ ਹੈ ਤੇ ਮੈਂ ਕੋਈ ਹੋਰ ਗੱਲ ਵੀ ਦੇਖੀ ਹੈ ਕਿ ਉਹਨਾਂ ਦੇ ਵਿੱਚ ਉਹ ਗੱਲ ਨਹੀਂ ਹੁੰਦੀ ਕਿ ਉਹ ਸਾਰੇ ਮੁਲਕ ਨੂੰ ਆਪਣੇ ਨਾਲ ਜੋੜ ਸਕਣ ਜਾਂ ਵਰਲਡ ਲੈਵਲ ਤੇ ਆਪਣਾ ਕੋਈ ਇੰਪ੍ਰੈਸ਼ਨ ਪਾ ਸਕਣ। ਜਿਹੜੀਆਂ ਨੈਸ਼ਨਲ ਪਾਰਟੀਆਂ ਨੇ, ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੀ ਮੈਂ ਗੱਲ ਕਰਦਾ, ਮੈਂ ਕਾਂਗਰਸ ਪਾਰਟੀ ਨਾਲ ਵੀ ਵਰਕ ਕੀਤਾ, ਉਹਨਾਂ ਦੀ ਵਰਕਿੰਗ ਕੋਈ ਇੰਨੀ ਵਧੀਆ ਨਹੀਂ ਸੀ ਹੈਗੀ। ਪਰ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਇਹ ਬੜੇ ਸਿਧਾਂਤਾਂ ਤੇ ਖੜਨ ਵਾਲੀ ਪਾਰਟੀ ਹੈ ਔਰ ਖਾਸ ਕਰਕੇ ਸ਼੍ਰੀ ਨਰਿੰਦਰ ਮੋਦੀ ਜੀ ਦਾ ਬਹੁਤ ਵੱਡਾ ਮੇਰੇ ਤੇ ਇੱਕ ਛਾਪ ਰਹੀ। ਮੈਂ ਉਹਨਾਂ ਦਾ ਇੱਕ ਬਹੁਤ ਫੈਨ ਫੋਲੋਇੰਗ ਰਿਹਾ ਕਿਉਂਕਿ ਜਦੋਂ ਵੀ ਅਕਾਲੀ ਦਲ ਤੇ ਬੀਜੇਪੀ ਇਕੱਠੀ ਸਰਕਾਰ ਚਲਾ ਰਹੀ ਸੀ ਮੈਂ ਵੀ ਉਹਦਾ ਹਿੱਸਾ ਸੀ ਔਰ ਮੈਂ ਪੰਜਾਬ ਦੇ ਉਸ ਸਮੇਂ ਡਾਇਰੈਕਟਰ ਇੰਡਸਟਰੀ ਡਿਪਾਰਟਮੈਂਟ ਪੰਜਾਬ ਲੱਗਿਆ ਸੀ ਉਹਨਾਂ ਦੇ ਵਿੱਚ। ਤੇ ਮੈਨੂੰ ਵਰਕਿੰਗ ਜਿਹੜੀ ਹੈ ਉਦੋਂ ਤੋਂ ਹੀ ਬੀਜੇਪੀ ਦੀ ਬੜੀ ਅੱਛੀ ਲੱਗਦੀ ਸੀ ਤੇ ਜਦੋਂ ਇਹਨਾਂ ਦੋਨਾਂ ਦਾ ਸੈਪਰੇਸ਼ਨ ਹੋਈ ਤਾਂ ਮੈਂ ਪ੍ਰੈਫਰ ਕੀਤਾ ਕਿ ਭਾਰਤੀ ਜਨਤਾ ਪਾਰਟੀ ਨਾਲ ਜੁੜ ਕੇ ਆਪਾਂ ਦੇਸ਼ ਹਿੱਤ ਦੀ ਗੱਲ ਕਰ ਸਕੀਏ। ਤੇ ਤੁਸੀਂ ਜਿਹੜਾ ਲੰਮਾ ਸਮਾਂ ਆਪਣੀਆਂ ਸੇਵਾਵਾਂ ਦਿੱਤੀਆਂ ਨੇ ਜੀ ਉਹਦੇ ਵਿੱਚ ਕਿਹੜੇ ਤੁਸੀਂ ਅਹੁਦਿਆਂ 'ਤੇ ਰਹੇ, ਕਿਹੜੀ ਪਾਰਟੀ ਨਾਲ ਰਹੇ ਔਰ ਉਦੋਂ ਤੇ ਹੁਣ ਦੇ ਵਿੱਚ ਰਾਜਨੀਤੀ 'ਚ ਕੀ ਫਰਕ ਮਹਿਸੂਸ ਕਰ ਰਹੇ ਹੋ ਤੁਸੀਂ? ਦੇਖੋ ਮੈਂ 20 ਸਾਲ ਤੇ ਰਾਉਂਡ ਅਬਾਊਟ ਕਾਂਗਰਸ ਪਾਰਟੀ ਨਾਲ ਵੀ ਰਿਹਾ, ਮੈਂ ਪੰਜਾਬ ਦਾ ਉਹਦੇ ਵਿੱਚ ਸੈਕਟਰੀ ਵੀ ਰਿਹਾ, ਕਈ ਸਰਕਾਰੀ ਕਮੇਟੀਆਂ ਦਾ ਮੈਂਬਰ ਵੀ ਰਿਹਾ। ਉਸ ਤੋਂ ਬਾਅਦ 8 ਸਾਲ ਦਾ ਵਕਫਾ ਮੈਂ ਅਕਾਲੀ ਦਲ ਬੀਜੇਪੀ ਗਵਰਨਮੈਂਟ ਦੇ ਵਿੱਚ ਵੀ ਹਿੱਸਾ ਰਿਹਾ ਮੇਰਾ ਉਹਦੇ 'ਚ। ਤੇ ਪਰ ਮੈਂ ਦੇਖਿਆ ਕਿ ਜੋ ਉਹਨਾਂ ਦੀ ਪਾਰਟੀ ਦੀ ਵਰਕਿੰਗ ਸੀਗੀਆਂ, ਕਾਂਗਰਸ ਪਾਰਟੀ ਦੀਆਂ ਸੀਗੀਆਂ ਜਾਂ ਜਿਹੜੀਆਂ ਅਕਾਲੀ ਪਾਰਟੀ ਦੀਆਂ ਸੀਗੀਆਂ, ਉਹ ਕੁਛ ਥੋੜ੍ਹੀ ਜਿਹੀ ਸੁੱਕ ਜਿਹੀਆਂ ਸੀਗੀਆਂ, ਮਤਲਬ ਬਹੁਤ ਨੈਰੋ ਮਾਈਂਡਡ। ਵਰਕਰ ਦੀ ਕਦਰ ਜਿਹੜੀ ਮੈਂ ਦੇਖੀ ਹੈ ਉਹ ਭਾਰਤੀ ਜਨਤਾ ਪਾਰਟੀ 'ਚ ਆ ਕੇ ਦੇਖੀ ਹੈ। ਇੱਥੇ ਵਰਕ ਦੀ ਬੜੀ ਵੱਡੀ ਕੀਮਤ ਹੈ। ਘਰ ਬੈਠੇ ਤੁਹਾਨੂੰ ਜੇ ਤੁਸੀਂ ਕੰਮ ਕਰ ਰਹੇ ਹੋ ਪਾਰਟੀ ਵਾਸਤੇ ਔਰ ਉਸ ਨੂੰ ਵਰਕ ਨੂੰ ਪਸੰਦ ਕਰਕੇ ਤੁਹਾਨੂੰ ਆਟੋਮੈਟਿਕ ਤੌਰ ਦੇ ਉੱਪਰ ਉਹ ਐਡਜਸਟਮੈਂਟ ਵੀ ਦਿੰਦੇ ਨੇ ਔਰ ਤੁਹਾਡਾ ਇੱਜ਼ਤ ਮਾਣ ਵੀ ਪੂਰਾ ਬਰਕਰਾਰ ਰੱਖੇ ਰੱਖਦੇ ਨੇ। ਸੋ ਵੱਡੀ ਗੱਲ ਹੈ ਵੀ ਜਿਹੜੀ ਨੈਸ਼ਨਲ ਪਾਰਟੀ ਆ, ਥਾਪਰ ਜੀ ਕਹਿ ਰਹੇ ਨੇ ਵੀ ਉਹ ਖਾਸ ਕਰ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਗਰਾਊਂਡ ਲੈਵਲ ਦਾ ਜਿਹੜਾ ਵਰਕਰ ਆ ਉਹਦਾ ਵੀ ਇੱਕ ਖਿਆਲ ਰੱਖਦੀ ਹੈ। ਮਤਲਬ ਹਰ ਜਿਹੜੀ ਇੰਟੈਲੀਜੈਂਸੀ ਉਹਨਾਂ ਦੀ ਵਰਕ ਕਰਦੀ ਆ ਵੀ ਜਿਹੜਾ ਗਰਾਊਂਡ ਵਰਕਰ ਕੰਮ ਕਰਦਾ ਆ ਉਹਦੀ ਰਿਪੋਰਟ ਜਿਹੜੀ ਆ ਪੋਜ਼ੀਟਿਵ ਰਿਪੋਰਟ ਹੈ ਜਿਹੜੀ ਉਹ ਦੂਸਰੀਆਂ ਪਾਰਟੀਆਂ ਕੋਲ ਇੰਨੀ ਕਾਬਲੀਅਤ ਨਹੀਂ ਹੈ। ਇਸ ਲਈ ਇਹਨਾਂ ਨੇ ਜਿਹੜਾ ਮਨ ਬਣਾਇਆ ਵੀ ਮੈਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਇੱਕ ਵਰਕਰ ਬਣਾ ਤੇ ਜਾਂ ਉਹਦੇ ਨਾਲ ਜੁੜ ਕੇ ਮੈਂ ਜਿਹੜੇ ਵੀ ਮੁਕਾਮ 'ਤੇ ਪਹੁੰਚ ਸਕਦਾ ਉਹ ਸਫਲਤਾ ਪ੍ਰਾਪਤ ਕਰਾਂ। ਤੁਸੀਂ ਇੱਕ ਸੋਸ਼ਲ ਐਕਟਿਵਿਸਟ ਵੀ ਹੋ, ਪੋਲੀਟੀਸ਼ੀਅਨ ਵੀ ਹੋ, ਬਿਜ਼ਨਸਮੈਨ ਵੀ ਹੋ, ਫੈਮਿਲੀ ਬੈਕਗਰਾਊਂਡ ਜਿਹੜੀ ਆ ਉਹ ਵੀ ਲੋਕ ਜ਼ਰੂਰ ਜਾਣਨਾ ਚਾਹਣਗੇ ਕਿਉਂਕਿ ਜੇ ਤੁਸੀਂ ਇੰਨਾ ਕੰਮ ਕਰਦੇ ਹੋ ਡੈਫੀਨੇਟਲੀ ਜਿਹੜਾ ਹੈ ਫਰੋਮ ਬਲੱਡ ਇਹ ਚੀਜ਼ ਜਿਹੜੀ ਆਉਂਦੀ ਹੈ। ਅਤੇ ਥੋੜ੍ਹਾ ਜਿਹਾ ਆਪਣੀ ਫੈਮਿਲੀ ਬੈਕਗਰਾਊਂਡ, ਤੁਹਾਡੀ ਐਜੂਕੇਸ਼ਨ ਅਤੇ ਡਿਊਰਿੰਗ ਦਾ ਐਜੂਕੇਸ਼ਨ ਵੀ ਤੁਸੀਂ ਰਾਜਨੀਤਿਕ ਪਾਰਟੀ ਕਿਸੇ ਸਟੂਡੈਂਟ ਯੂਨੀਅਨਸ ਦੇ ਨਾਲ ਉਹਦੇ ਬਾਰੇ ਵੀ ਥੋੜ੍ਹਾ ਜਿਹੜਾ ਦਰਸ਼ਕਾਂ ਨੂੰ ਜ਼ਰੂਰ ਦੱਸੋ ਤੁਸੀਂ। ਮੈਂ ਆਪਣੀ ਬੇਸਿਕ ਕੁਆਲੀਫਿਕੇਸ਼ਨ ਅਟੇਨ ਕਰਨ ਤੋਂ ਬਾਅਦ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਮੇਰੀ ਐਡਮਿਸ਼ਨ ਹੋਈ। ਮੈਂ ਉੱਥੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਕੀਤੀ ਹੈ ਤੇ ਉਸ ਦਰਮਿਆਨ ਦੇ ਵਿੱਚ ਇੰਜੀਨੀਅਰਿੰਗ ਕਾਲਜ ਦੇ ਵਿੱਚ ਵੀ ਪਾਰਟੀ ਪੋਲਿਟਿਕਸ ਬਹੁਤ ਸੀਗਾ, ਬਹੁਤ ਸਾਰੀ ਯੂਨੀਅਨਾਂ ਵਰਕ ਕਰਦੀਆਂ ਸੀਗੀਆਂ ਤੇ ਮੈਂ ਵੀ ਬਹੁਤ ਸਰਗਰਮ ਰਿਹਾ।
ਮੈਂ ਵੀ ਕਈ ਯੂਨੀਅਨਸ ਦੇ ਨਾਲ ਉੱਥੇ ਅਟੈਚਮੈਂਟ ਸੀਗੀ, ਪਰ ਮੈਂ ਬੇਸਲੀ ਜਿਹੜਾ ਸੀਗਾ ਨੇਰਿੰਗ ਐਸੋਸੀਏਸ਼ਨ ਜਿਹੜੀ ਸਟੂਡੈਂਟਸ ਦੀ ਬਣੀ ਹੋਈ ਸੀ ਉਹਦਾ ਮੈਂ ਜਨਰਲ ਸੈਕਟਰੀ ਵੀ ਰਿਹਾ। ਉਸ ਤੋਂ ਬਾਅਦ ਮੈਂ ਜਦੋਂ ਵੀ ਇੱਥੇ ਆ ਕੇ ਥੋੜ੍ਹੀ ਦੇਰ ਵਾਸਤੇ ਮੈਂ ਜੌਬ ਵੀ ਕੀਤੀ ਇਲੈਕਟ੍ਰਿਸਿਟੀ ਬੋਰਡ ਦੇ ਵਿੱਚ ਵੀ, ਪਰ ਫਿਰ ਮੈਨੂੰ ਇਹ ਲੱਗਿਆ ਕਿ ਮੈਨੂੰ ਆਪਣਾ ਕੋਈ ਬਿਜ਼ਨਸ ਕਰਨਾ ਚਾਹੀਦਾ ਤਾਂ ਕਿ ਮੈਂ ਸਮਾਜ ਸੇਵਾ ਦਾ ਕੰਮ ਜੋ ਮੇਰੇ ਦਿਲ ਦੇ ਵਿੱਚ ਸੀਗਾ ਕਿ ਮੈਂ ਕਰਾਂ, ਉਹ ਬਿਜ਼ਨਸ ਨਾਲ ਵੀ ਪੂਰਾ ਹੁੰਦਾ ਹੈ, ਰਾਜਨੀਤੀ ਨਾਲ ਵੀ ਪੂਰਾ ਹੁੰਦਾ ਹੈ। ਫਿਰ ਮੈਂ ਬਿਜ਼ਨਸ ਕੀਤਾ, ਬਿਜ਼ਨਸ ਵੀ ਪ੍ਰਮਾਤਮਾ ਦੀ ਦਇਆ ਨਾਲ ਬਹੁਤ ਅੱਛਾ ਮੇਰਾ ਨਾਮ ਵੀ ਰਿਹਾ, ਔਰ ਮੈਂ ਬੜੀ ਦੇਰ ਤੋਂ ਇੱਕ ਬਿਜ਼ਨਸ ਨੂੰ ਬੜੇ ਵਧੀਆ ਤਰੀਕੇ ਨਾਲ ਰਨ ਵੀ ਕੀਤਾ। ਫਿਰ ਉਸ ਤੋਂ ਬਾਅਦ ਮੈਂ ਕਈ ਸੋਸ਼ਲ ਕੰਮ ਵੀ ਕੀਤੇ, ਜਿਵੇਂ ਗਰੇਵਾਲ ਸਾਹਿਬ ਤੁਸੀਂ ਦੱਸਿਆ, ਕਈ ਮੈਂ ਕੈਂਪਸ ਲਗਵਾਏ ਨੇ, ਕਈ ਮੈਂ ਮੈਡੀਕਲ ਕੈਂਪਸ ਵੀ ਲਗਵਾਏ। ਮੈਂ ਉੱਥੇ ਲੋਕਾਂ ਦੇ ਕਰੋਨਾ ਦੇ ਵਿੱਚ ਵੀ ਇਹ 2 ਸਾਲ ਦੇ ਵਿੱਚ ਬੜੀ ਲੋਕਾਂ ਦੀ ਮਦਦ ਕੀਤੀ, ਕੋਸ਼ਿਸ਼ ਕੀਤੀ ਕਿ ਹਰੇਕ ਤੱਕ ਮੈਂ ਜਿਹੜਾ ਹੈਗਾ ਮੈਡੀਸਨਸ ਜਾਂ ਉਹਨਾਂ ਨੂੰ ਆਪਣੀ ਮਦਦ ਜਿਹੜੀ ਆ ਵੱਧ ਤੋਂ ਵੱਧ ਦੇ ਸਕਾਂ। ਜਿਹੜੀ ਆਪਾਂ ਗੱਲ ਪਹਿਲਾਂ ਕਰਦੇ ਸੀ ਵੀ ਜਦੋਂ ਇੱਕ ਆਪਣੇ ਬਲੱਡ ਦੇ ਵਿੱਚ, ਖੂਨ ਦੇ ਵਿੱਚ ਇੱਕ ਅਛਾਈ ਹੁੰਦੀ ਹੈ ਤੇ ਆਪਾਂ ਉਹਨੂੰ ਬਰਕਰਾਰ ਜ਼ਰੂਰ ਰੱਖਦੇ ਹਾਂ। ਲੋੜ ਵੀ ਅੱਜ ਸਮੇਂ ਦੀ ਇਹੀ ਹੈ ਵੀ ਸਾਡੇ ਜਿਹੜੇ ਲੀਡਰ ਨੇ ਉਹ ਖਾਸ ਕਰ ਪੜ੍ਹੇ ਲਿਖੇ ਤਾਂ ਜ਼ਰੂਰ ਆਉਣ, ਔਰ ਜਿਵੇਂ ਥਾਪਰ ਸਾਹਿਬ ਨੇ ਦੱਸਿਆ ਵੀ ਇਹ ਇੰਜੀਨੀਅਰਿੰਗ ਕਾਲਜ ਦੇ ਸਟੂਡੈਂਟ ਨੇ, ਔਰ ਐਜੂਕੇਸ਼ਨ ਵੀ ਬਹੁਤ ਜ਼ਰੂਰੀ ਆ, ਔਰ ਸਮਾਜ ਪ੍ਰਤੀ ਜਿਹੜੀ ਸਮਝ ਵੀ ਬਹੁਤ ਜ਼ਰੂਰੀ ਆ। ਇੱਕ ਗੱਲ ਜ਼ਰੂਰ ਕਰਾਂਗੇ ਵੀ ਜੇ ਤੁਹਾਨੂੰ ਮੌਕਾ ਮਿਲਦਾ ਹੈ ਥਾਪਰ ਸਾਹਿਬ, ਤੇ ਤੁਸੀਂ ਇਸ ਕਿਹੜੇ ਇਲਾਕੇ ਨੂੰ ਪ੍ਰੈਫਰ ਕਰਦੇ ਹੋ, ਕਿਹੜੇ ਵਾਰਡ ਨੂੰ ਪ੍ਰੈਫਰ ਕਰਦੇ ਹੋ, ਤੇ ਤੁਸੀਂ ਕੀ ਬਦਲਾਵ ਲਿਆਉਣ ਬਾਰੇ ਤੁਹਾਡੇ ਫਿਊਚਰ ਪਲਾਨਸ ਕੀ ਨੇ ਇਸ ਬਾਰੇ? ਪਟਿਆਲਾ 2 ਹਲਕਾ ਜਿਹੜਾ ਹੈ ਉਹ ਮੇਰਾ ਕਰਮ ਭੂਮੀ ਹੈ, ਜਨਮ ਭੂਮੀ ਵੀ ਹੈ ਮੇਰੀ, ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਪਟਿਆਲਾ 2 ਏਰੀਏ 'ਚੋਂ ਹੀ ਮੈਂ ਹਮੇਸ਼ਾ ਵਰਕ ਕਰਾਂ ਜ਼ਿਆਦਾ, ਤੇ ਉਹਨਾਂ ਦੇ ਏਰੀਏ ਦੇ ਵਿੱਚ ਹੀ ਹਰੇਕ ਫੈਸਿਲਿਟੀਜ਼ ਨੂੰ ਲਿਆਉਣ ਵਾਸਤੇ ਕੰਮ ਕਰਾਂ। ਮੇਰੀ ਇੱਕ ਵਿਜ਼ਨ ਜ਼ਰੂਰ ਹੈ ਕਿ ਦੇਖੋ, ਸਿਹਤ ਤੇ ਜਿਹੜੀ ਇੱਕ ਐਜੂਕੇਸ਼ਨ ਹੈ, ਇਹ 2 ਚੀਜ਼ਾਂ ਜਿਹੜੀਆਂ ਨੇ ਬਹੁਤ ਜ਼ਰੂਰੀ ਉਸ ਹਲਕੇ ਦੇ ਡਿਵੈਲਪਮੈਂਟ ਵਾਸਤੇ ਜ਼ਰੂਰੀ ਨੇ, ਕਿਉਂਕਿ ਸਿਹਤ ਹੋਏਗੀ ਤਾਂ ਬੰਦਾ ਨੈਚੁਰਲੀ ਫਿਟ ਫਾਰ ਰਹੇਗਾ, ਉਹਨੂੰ ਕੰਮ ਕਰਨ ਦਾ ਕੰਮ ਜੀ ਕਰੇਗਾ, ਅੱਛੇ ਵਰਕ ਕਰਨ ਦਾ ਜੀ ਕਰੇਗਾ। ਇਸੇ ਤਰ੍ਹਾਂ ਜੇ ਤੁਸੀਂ ਚੰਗੀ ਪੜ੍ਹਾਈ ਬੱਚਿਆਂ ਨੂੰ ਕਰਾ ਸਕੋ ਔਰ ਉਹਨਾਂ ਨੂੰ ਵੀ ਉਸ ਲੈਵਲ 'ਤੇ ਤੁਸੀਂ ਪਹੁੰਚਾ ਸਕੋ ਕਿ ਉਹ ਸਮਾਜ ਸੇਵਾ ਵੀ ਕਰ ਸਕਣ, ਹੋਰ ਸਮਾਜ ਦੇ ਅਗਰੇਨ ਪਾਰਟ ਦੇ ਵਿੱਚ ਉਹ ਕੰਮ ਕਰਨ। ਤੇ ਇਸ ਕਰਕੇ ਮੇਰਾ ਤਾਂ ਇਹੀ ਫੀਲਿੰਗ ਹੈ ਕਿ ਵੀ ਜਿਹੜਾ ਇਹ ਪਟਿਆਲਾ 2 ਦਿਹਾਤੀ ਏਰੀਆ ਜੋ ਕਾਫੀ ਦੇਰ ਤੋਂ ਇਗਨੋਰ ਰਿਹਾ, ਹਾਂਜੀ, ਜਦੋਂ ਵੀ ਕੋਈ ਸਰਕਾਰ ਬਣਦੀ ਹੈ ਉਹਦਾ ਉਲਟ ਐਮਐਲਏ ਉੱਥੇ ਬਣ ਜਾਂਦਾ ਤੇ ਉਹ ਡਿਵੈਲਪਮੈਂਟ ਨਹੀਂ ਕਰਦਾ। ਪਿਛਲੇ 10 ਸਾਲ ਦੇ ਵਿੱਚ ਵੀ ਅਸੀਂ ਦੇਖਿਆ ਹੀ ਹੈ ਕਿ ਜਦੋਂ ਕੁਝ ਹੋਰ ਸਰਕਾਰ ਪੰਜਾਬ ਦੇ ਵਿੱਚ ਸੀਗੀ ਉੱਥੇ ਐਮਐਲਏ ਕੋਈ ਹੋਰ ਸੀ, ਪਰ ਜਦੋਂ ਕੋਈ ਸਰਕਾਰ ਸੇਮ ਵੀ ਆਈ ਤਾਂ ਐਮਐਲਏ ਕੋਈ ਬਹੁਤ ਇਫੈਕਟਿਵ ਤਰੀਕੇ ਨਾਲ ਕੰਮ ਨਹੀਂ ਕਰ ਸਕੇ। ਤੇ ਅਸੀਂ ਕੋਸ਼ਿਸ਼ ਕਰੂੰਗਾ ਕਿ ਜੇ ਪਰਮਾਤਮਾ ਨੇ ਮੈਨੂੰ ਆਸ਼ੀਰਵਾਦ ਦਿੱਤਾ ਤੇ ਲੋਕਾਂ ਦਾ ਮੈਨੂੰ ਸਾਥ ਮਿਲਿਆ ਤੇ ਮੈਂ ਉਸ ਏਰੀਏ ਦੀ ਡਿਵੈਲਪਮੈਂਟ ਵਾਸਤੇ ਸਿਹਤ ਪੱਖੋਂ ਅਤੇ ਪੜ੍ਹਾਈ ਪੱਖੋਂ ਸਭ ਨੂੰ ਟੌਪ ਪ੍ਰਾਇਰਟੀ ਦੋਨੋਂ ਚੀਜ਼ਾਂ ਨੂੰ ਰੱਖ ਕੇ ਮੈਂ ਜਿਹੜਾ ਉਹਨਾਂ ਦੀ ਸੇਵਾ ਕਰ ਸਕਾਂ। ਸਾਡਾ ਆਖਰੀ ਜਿਹੜਾ ਸਵਾਲ ਹੈ ਬੜਾ ਜ਼ਰੂਰੀ ਹੈ ਵੀ ਪਿਛਲੇ ਕੁਝ ਸਮੇਂ ਦੇ ਵਿੱਚ ਅਨਫੋਰਚੂਨੇਟਲੀ ਕਈ ਵਾਰੀ ਮਿਸਅੰਡਰਸਟੈਂਡਿੰਗਸ ਹੁੰਦੀਆਂ ਨੇ ਤੇ ਬਹੁਤ ਸਾਰਾ ਪੰਜਾਬ ਦਾ ਜਿਹੜਾ ਮਾਹੌਲ ਸੀ ਐਂਟੀ ਬੀਜੇਪੀ ਕੰਪੇਨ ਬਣੀ ਹੋਈ ਸੀ, ਪਰ ਜੋ ਪਿਛਲੇ 1 ਮਹੀਨੇ ਦੇ ਵਿੱਚ ਬਦਲਾਅ ਆਏ, ਪਿਛਲੇ 1 ਮਹੀਨੇ ਦੇ ਵਿੱਚ ਜੋ ਸਾਡੇ PM ਸਾਹਿਬ ਨੇ ਉਹਨਾਂ ਨੇ ਬੜੀ ਇੱਕ ਜਿਹੜਾ ਚੰਗਾ ਸੁਨੇਹਾ ਜਿਹੜਾ ਸਾਰੀ ਪਬਲਿਕ ਨੂੰ ਦਿੱਤਾ ਹੈ, ਤੇ ਤੁਸੀਂ ਜੇ 2-4 ਸ਼ਬਦਾਂ ਦੇ ਵਿੱਚ ਜਾਂ ਕੁਝ ਲਾਈਨਾਂ ਦੇ ਵਿੱਚ ਦੱਸਣਾ ਚਾਹੋ ਵੀ PM ਸਾਹਿਬ ਦੀ ਵੱਡੇ ਪ੍ਰੋਗਰਾਮ ਕਿਹੜੇ ਨੇ ਜਿਹਦੇ ਨਾਲ ਦੇਸ਼ ਹਿੱਤ ਦੇ ਵਿੱਚ ਬਹੁਤ ਬਦਲਾਅ ਆਇਆ ਹੈ ਜਾਂ ਬਦਲਾਅ ਆ ਸਕਦੇ ਨੇ, ਤਾਂ ਉਹਦੇ ਬਾਰੇ ਤੁਸੀਂ ਕੀ ਕਹੋ ਤਾਂ ਜੋ ਲੋਕ ਜਿਹੜੇ ਜਾਣ ਸਕਣ ਵੀ ਅਸੀਂ BJP ਨਾਲ ਕਿਉਂ ਜੁੜੀਏ? ਦੇਖੋ, ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦਾ ਕੋਈ ਤੋੜ ਨਹੀਂ ਹੈ। ਕੁਛ ਪਹਿਲਾਂ ਕੁਛ ਸ਼ਾਇਦ ਇੰਦਰਾ ਗਾਂਧੀ ਦੇ ਟਾਈਮ ਤੇ ਇਹੋ ਜਿਹੇ ਬੋਲਡ ਡਿਸੀਜਨ ਲਏ ਜਾਂਦੇ ਸੀ, ਪਰ ਨਰਿੰਦਰ ਮੋਦੀ ਜੀ ਨੇ ਆ ਕੇ ਬੋਲਡ ਡਿਸੀਜਨ ਵੀ ਲਏ, ਦੇਸ਼ ਹਿੱਤ ਨੂੰ ਵੀ ਸਭ ਤੋਂ ਉੱਪਰ ਰੱਖਿਆ, ਵਿਕਾਸ ਦੇ ਕਾਰਜ ਵੀ ਰੱਜ ਕੇ ਕਰਾਏ। ਦੇਖੋ ਪਤਾ ਕੀ ਹੈ ਜੀ, ਜਦੋਂ ਇਹਨਾਂ ਨੇ ਚਾਰਜ ਸੰਭਾਲਿਆ ਸੀ ਉਦੋਂ ਚੀਨ ਵੀ ਸਾਨੂੰ ਅੱਖਾਂ ਦਿਖਾ ਰਿਹਾ ਸੀ, ਪਾਕਿਸਤਾਨ ਵੀ ਸਾਨੂੰ ਅੱਖਾਂ ਦਿਖਾ ਰਿਹਾ ਸੀ, ਉਹ ਸਾਡੇ ਫੌਜ ਵੀ ਉੱਥੇ ਭੇਜ ਦਿੰਦਾ ਸੀ, ਬਾਰਡਰ ਦੇ ਉੱਪਰ ਸਾਨੂੰ ਦਬਕੇ ਵੀ ਮਾਰਦਾ ਸੀ, ਪਰ ਨਰਿੰਦਰ ਮੋਦੀ ਜੀ ਨੇ ਬਹੁਤ ਸਖਤੀ ਦੇ ਨਾਲ ਉਹਨਾਂ ਦਾ ਔਰ ਬੜੇ ਸਟ੍ਰੈਟੇਜਿਕ ਤਰੀਕੇ ਨਾਲ ਉਹਨਾਂ ਦਾ ਬੜਾ ਮੁਕਾਬਲਾ ਕੀਤਾ। ਹੁਣ ਉਹੀ ਦੋਨੋਂ ਜਿਹੜੇ ਨੇ ਉਹ ਡਰਦੇ ਨੇ ਮੋਦੀ ਸਾਹਿਬ ਦੇ ਨਾਂ ਦੇ ਉੱਤੋਂ ਕਿ ਵੀ ਅਸੀਂ ਜੇ ਭਾਰਤ ਦੇ ਵੱਲ ਕੋਈ ਅੱਖ ਤੇ ਤਰੇਕ ਦੇਖਿਆ ਤੇ ਸਾਡਾ ਨੁਕਸਾਨ ਕਰਨਗੇ ਇਹ, ਕਿਉਂਕਿ ਜਿਹੜੀਆਂ ਸਰਜੀਕਲ ਸਟ੍ਰਾਈਕਸ ਹੋਈਆਂ, ਕੁਛ ਹੋਰ 2 ਵਾਰੀ ਅਸੀਂ ਉੱਥੇ ਉਹਨਾਂ ਨੂੰ ਦਬਕਾ ਰੱਖਿਆ ਪੂਰਾ ਉਹਨਾਂ ਦੇ ਉੱਪਰ, ਉਸ ਤੋਂ ਬਾਅਦ ਡਰਨ ਲੱਗ ਗਏ। ਬਾਕੀ ਮੋਦੀ ਸਾਹਿਬ ਦੇ ਆਉਣ ਤੋਂ ਬਾਅਦ ਸਾਰੇ ਵਰਲਡ ਦੇ ਵਿੱਚ ਇਹ ਭਾਰਤ ਦੀ ਇੱਕ ਬਹੁਤ ਵੱਡੀ ਗੱਲ ਗਈ ਹੈ, ਭਾਰਤ ਦੇ ਲੋਕਾਂ ਦੇ ਉੱਥੇ ਇੱਜ਼ਤ ਮਾਨ ਵੀ ਬਹੁਤ ਵਧਿਆ ਹੈ, ਔਰ ਜਿਹੜੇ ਅੱਛੇ ਬੜੇ ਤਗੜੇ ਆਪਣੇ ਆਪ ਨੂੰ ਦੇਸ਼ ਕਹਾਉਂਦੇ ਸੀ ਉਹ ਵੀ ਹੁਣ ਭਾਰਤ ਨਾਲ ਆਪਣੀ ਦੋਸਤੀ ਕਰਨ ਲਈ ਆਪਣੇ ਆਪ ਨੂੰ ਪ੍ਰਾਊਡ ਫੀਲ ਕਰਦੇ ਨੇ, ਔਰ ਸਾਰੇ ਹੁਣ ਦੋਸਤੀ ਦੇ ਤੌਰ ਦੇ ਉੱਪਰ ਇੰਡੀਆ ਦੇ ਵਿੱਚ ਆਉਂਦੇ ਨੇ। ਦੇਖੋ ਅੱਜ ਕੱਲ੍ਹ ਵੀ ਉਹਨਾਂ ਦਿਨਾਂ ਦੇ ਵਿੱਚ ਪੁਤਿਨ ਸਾਹਿਬ ਆਏ ਹੋਏ ਨੇ, ਬੜਾ ਉਹਨਾਂ ਦਾ ਪੋਜ਼ਿਟਿਵ ਜੈਸਚਰ ਹੈ, ਸਪੈਸ਼ਲ ਉਹ ਕਹਿ ਕੇ ਆਏ ਕਿ ਮੈਂ ਭਾਰਤ ਜਾਣਾ ਚਾਹੁੰਦਾ। ਉਸ ਤੋਂ ਪਹਿਲਾਂ ਵੀ ਅਮਰੀਕਾ ਦੇ ਰਾਸ਼ਟਰਪਤੀ ਵੀ 2 ਵਾਰੀ ਆ ਚੁੱਕੇ ਨੇ, ਪਰ ਉਹਨਾਂ ਦੇ ਟਾਈਮ ਦੇ ਵਿੱਚ ਜੇ ਕੋਈ ਵੀ ਲੀਡਰ ਆਇਆ ਉਹਨਾਂ ਨੇ ਇੱਕ ਬਹੁਤ ਹੀ ਅੱਛਾ ਜੈਸਚਰ ਦਿਖਾਇਆ ਭਾਰਤ ਵਾਸਤੇ, ਔਰ ਭਾਰਤ ਦਾ ਨਿਗਾਹ ਦੇ ਵਿੱਚ ਸਾਰੇ ਵਰਲਡ ਦੀ ਇਸ ਟਾਈਮ ਟੌਪ ਦੀ ਪੋਜੀਸ਼ਨ ਹੈ। ਅੱਛਾ ਵਿਜ਼ਨ ਜਿਹੜਾ ਜੋ ਸੈਂਟਰ ਗਵਰਨਮੈਂਟ ਦਾ BJP ਦਾ, ਤਾਂ ਇੱਥੋਂ ਦੇ ਜਿਹੜੇ ਲੋਕਲ ਸਾਡੇ ਲੀਡਰ ਨੇ ਜੋ ਪੁਰਾਣੇ 30 ਸਾਲ ਤੋਂ 32 ਸਾਲ ਤੋਂ ਤਜਰਬੇ ਜਾਂ ਜਿਨ੍ਹਾਂ ਦੇ
ਜਿਨ੍ਹਾਂ ਨੂੰ ਲੋਕਾਂ ਨਾਲ ਗੱਲ ਕਰਨੀ ਆਉਂਦੀ ਹੈ, ਜਿਨ੍ਹਾਂ ਨੂੰ ਲੋਕਾਂ ਦੇ ਮਸਲਿਆਂ ਦਾ ਪਤਾ ਆ ਤੇ ਸਾਡੇ ਸੰਭਾਵੀ ਉਮੀਦਵਾਰ ਨੇ। ਇਹ ਬੜੀ ਵਧੀਆ ਗੱਲ ਹੈ ਵੀ ਇਹ ਜਿਹੜੇ ਨੇ ਬੜੀ ਚੰਗੀ ਤਰ੍ਹਾਂ ਇਸ ਲੋਕਲ ਗਰਾਊਂਡ ਨਾਲ ਜੁੜੇ ਹੋਏ ਨੇ। ਇਸ ਲਈ ਲੋਕਲ ਤੇ ਸੈਂਟਰ ਦੋਨਾਂ ਦੇ ਵਿੱਚ ਇੱਕ ਚੰਗਾ ਤਾਲਮੇਲ ਬਿਠਾ ਸਕਦੇ ਨੇ, ਇੱਕ ਚੰਗੀ ਗੱਲਬਾਤ, ਇੱਕ ਚੰਗਾ ਵਿਚੋਲਗੀ ਦਾ ਕੰਮ ਕਰ ਸਕਦੇ ਨੇ, ਤਾਂ ਜੋ ਅੱਗੇ ਜਿਹੜੇ ਨੇ ਅਜਿਹੇ ਮਸਲੇ ਨਾ ਬਣਨ ਜਿਹਦੇ ਕਰਕੇ ਅਸੀਂ ਹੁਣ ਸਾਲ ਡੇਢ ਸਾਲ ਤੋਂ ਜਿਹੜੇ ਆ ਉਹ ਪੰਜਾਬ ਦੇ ਵਿੱਚ ਇੱਕ ਮਸਲੇ ਦੇ ਵਿੱਚ ਉਲਝੇ ਪਏ ਸੀ। ਉਸ ਤੋਂ ਇਲਾਵਾ ਜੋ ਥਾਪਰ ਸਾਹਿਬ ਨੇ ਇਹ ਪਹਿਲਾਂ ਗੱਲ ਕੀਤੀ ਹੈ ਵੀ ਸੋਸ਼ਲ ਐਕਟਿਵਿਸਟ ਨੇ, ਐਨਵਾਇਰਨਮੈਂਟ ਨੇ। ਬੜਾ ਸੋਹਣਾ ਜਿਹੜਾ ਇਹਨਾਂ ਦਾ ਦੇਖੋ ਥੋੜ੍ਹਾ ਆਪਣਾ ਜਿਹੜਾ ਅਸੀਂ ਤੁਰ ਕੇ ਵੀ ਦੇਖਾਂਗੇ, ਇਹਨਾਂ ਨੇ ਆਪਣਾ ਜਿਹੜਾ ਫਾਰਮ ਹਾਊਸ ਬਣਾਇਆ ਦੇ ਨਾਲ ਇੱਕ ਛੋਟਾ ਜਿਹਾ ਬਾਗ ਵੀ ਲਗਾਇਆ। ਸੋ ਇਹ ਪੋਜ਼ਿਟਿਵ ਥਿੰਗਸ ਨੇ ਜਿਹੜੀਆਂ ਲੋਕ ਦਾ ਜਿਹੜਾ ਕਿਸੇ ਵੀ ਵਿਅਕਤੀ ਦਾ ਜਿਹੜਾ ਵਿਅਕਤੀਗਤ ਹੈ ਉਹਨੂੰ ਪ੍ਰਤੀਬਿੰਬ ਸ਼ੋਅ ਕਰਦੀਆਂ ਨੇ ਵੀ ਇਸ ਵਿਅਕਤੀ ਦੀ ਜਿਹੜੀ ਸੋਚ ਕੀ ਹੈ। ਸ਼ਹਿਰ ਦੀ ਕੋਈ ਭੀੜ ਭੜੱਕਾ ਨਹੀਂ ਹੈ। ਤੇ ਤੁਸੀਂ ਇਹ ਵੀ ਕਿਵੇਂ ਚੂਜ਼ ਕਰਿਆ ਵੀ ਸ਼ਹਿਰ ਤੋਂ ਬਾਹਰ ਆ ਗਏ? ਅਸੀਂ ਤਾਂ ਪਿਓਰ ਇੰਡੀਅਨ ਹੈ ਗਰੇਵਾਲ, ਕੋਈ ਫੋਰਨ ਦਾ ਸਿਸਟਮ ਨਹੀਂ, ਪਰ ਆਪਾਂ ਚਾਹੁੰਦੇ ਹਾਂ ਵੀ ਸਾਡਾ ਇੰਡੀਅਨ ਜਿਹੜਾ ਸਿਸਟਮ ਹੈ ਉਹਨੂੰ ਅਸੀਂ ਡਿਵੈਲਪ ਕੀਤਾ। ਅੱਛੇ ਬੂਟੇ ਲਾਏ ਨੇ, ਅੱਛੇ ਤੇ ਮੱਕੀ ਦੀ ਰੋਟੀ ਘਰ ਬਣੀ। ਬਿਲਕੁਲ ਘਰ ਬਣੇ। ਆਜੋ ਬਾਹਰ ਵੀ ਦੇਖਦੇ ਹਾਂ। ਆਰਗੈਨਿਕ ਸਬਜ਼ੀਆਂ ਵੀ ਮਿਲਣਗੀਆਂ ਨਾਲ। ਹਾਂਜੀ, ਤੇ ਹੋਰ ਕੀ ਬਾਗ ਦੇ ਵਿੱਚ ਤੁਸੀਂ ਕਿਵੇਂ ਪ੍ਰਬੰਧ ਕੀਤਾ ਜੀ? ਉਹ ਮੈਂ ਤੁਹਾਨੂੰ ਦਿਖਾਉਣਾ ਜੀ। ਸੋ ਇੱਕ ਛੋਟਾ ਜਿਹਾ ਬਾਗ ਸ਼ਹਿਰ ਦੇ ਵਿੱਚ ਵੀ ਜਦੋਂ ਤੁਸੀਂ ਬਾਗ ਦੀ ਗੱਲ ਕਰਦੇ ਆ ਤਾਂ ਕਿਉਂਕਿ ਇਹ ਵੀ ਅਲੋਪ ਹੀ ਹੁੰਦੀਆਂ ਜਾ ਰਹੀਆਂ ਚੀਜ਼ਾਂ ਨੇ, ਪਰ ਥਾਪਰ ਸਾਹਿਬ ਨੇ ਇੱਥੇ ਵੀ ਇੱਕ ਬੜੀ ਅੱਛਾ ਮਾਹੌਲ ਬਣਾ ਲਿਆ ਵੀ ਫਾਰਮ ਹਾਊਸ ਦੇ ਨਾਲ ਇੱਕ ਛੋਟਾ ਜਿਹਾ ਬਾਗ ਵੀ ਤੇ ਨਾਲ ਘਰ ਦੀ ਖੇਤੀ ਵੀ ਹੈ। ਸੋ ਥਾਪਰ ਸਾਹਿਬ ਇਹਦੇ ਬਾਰੇ ਵੀ ਥੋੜਾ ਜਿਹਾ ਦਰਸ਼ਕਾਂ ਨੂੰ ਦੱਸੋ। ਮੈਂ ਵੀ ਗਰੇਵਾਲ ਸਾਹਿਬ ਨਾਲ ਡਿਸਕਸ ਕਰ ਰਹੇ ਸੀ। ਮੈਂ ਕਿਹਾ ਐਨਵਾਇਰਨਮੈਂਟਲ ਬੜਾ ਮਾਹੌਲ ਅੱਛਾ ਹੋਣਾ ਚਾਹੀਦਾ ਹੈ। ਦੇਖੀ ਲੋਕੀ ਆਰਗੈਨਿਕ ਸਬਜ਼ੀਆਂ ਦੀ ਭਾਲ ਕਰਦੇ, ਅਸੀਂ ਆਰਗੈਨਿਕ ਸਬਜ਼ੀਆਂ ਵੀ ਸਾਰੀ ਲਾਤੀਆਂ, ਕੋਈ ਖਾਦ ਨਹੀਂ ਯੂਜ਼ ਕੀਤੀ। ਕੋਸ਼ਿਸ਼ ਕਰ ਰਹੇ ਹਾਂ ਵੀ ਆਰਗੈਨਿਕ ਸਾਰਾ ਕੰਮ ਤਿਆਰ ਹੋਵੇ। ਇੱਥੇ ਅਸੀਂ ਗਰਾਊਂਡ ਬਾਟ ਅਸੀਂ 50 ਦੇ ਕਰੀਬ ਬੂਟੇ ਲਾਏ ਨੇ ਜੀ, ਫਲਾਂ ਦੇ ਸਾਰੇ ਬੂਟੇ ਲਾਏ ਨੇ ਜਿਹੜੇ ਲੇਟੈਸਟ ਨੇ ਬਿਲਕੁਲ ਸਾਰੇ ਹਨ, ਜਿਹਦੇ 'ਚ ਹਰੇਕ ਤਰ੍ਹਾਂ ਦਾ ਫਰੂਟ ਹੈਗਾ ਜਿਹੜਾ ਇਸ ਸੀਜ਼ਨ 'ਚ ਹੋ ਰਿਹਾ ਜਾਂ ਪੱਕਾ ਵੀ ਹੋ ਰਿਹਾ, ਉਹ ਸਾਰੇ ਇਹਦੇ 'ਚ ਅਸੀਂ ਲਾਏ ਨੇ। ਤੇ ਉਹ ਆਪਣਾ ਉਹ ਹੋਰ ਟੋਟਲ ਇੱਥੇ ਗਰਾਸ ਲੱਗ ਰਿਹਾ ਹੈਗਾ ਤਾਂ ਕਿ ਸਾਨੂੰ ਵੇਲੇ ਕੋਲੇ ਸੈਰ ਕਰਨੀ, ਇਹ ਚਾਰੇ ਪਾਸੇ ਦਾ ਸੈਰ ਦਾ ਏਰੀਆ ਛੱਡਿਆ ਸੀ ਤਾਂ ਕਿ ਇੱਥੇ ਹੀ ਸੈਰ ਪ੍ਰੋਪਰ ਹੋ ਸਕੇ ਜੇ ਪ੍ਰੋਪਰ ਕਰਨੀ ਹੋਵੇ। ਤੇ ਚਲੋ ਬਹੁਤ ਅੱਛਾ, ਸਾਨੂੰ ਆਕਸੀਜਨ ਵੀ ਮਿਲ ਰਹੀ ਹੈ, এনवायरमेंट ਵੀ ਬਣ ਰਿਹਾ। ਤੇ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਵੀ ਆਰਗੈਨਿਕ ਫੂਡ ਦੀ ਇੱਛਾ ਸੀਗੀ ਵੀ ਉਹ ਵੀ ਹੋਣਾ ਚਾਹੀਦਾ, ਉਹ ਵੀ ਪੂਰਾ ਹੋ ਰਿਹਾ। ਔਰ ਜਿੰਨਾ ਇੱਥੇ ਐਟਮੋਸਫੇਅਰ ਵਧੀਆ, ਮੈਂ ਸਮਝਦਾ ਕਿ ਚਲੋ ਇਹ ਪਰਮਾਤਮਾ ਦੀ ਦੇਣ ਹੀ ਹੋਈ ਹੈ ਕੁਦਰਤੀ। ਇਹ ਬੜੀ ਦੇਰ ਤੋਂ ਸਾਡਾ ਬੜਾ ਵੱਡਾ ਪਲਾਟ ਖਾਲੀ ਪਿਆ ਸੀ ਸਾਰਾ, ਅਸੀਂ ਇੱਥੇ ਹੁਣ ਕੰਸਟਰਕਸ਼ਨ ਕੀਤਾ, ਫਾਰਮ ਹਾਊਸ ਦਾ ਬਾਗ ਬਣਾਇਆ, ਸਾਡੀਆਂ ਕਾਫੀ ਇੱਛਾਵਾਂ ਜਿਹੜੀਆਂ ਨੇ ਪੂਰੀਆਂ ਹੋ ਗਈਆਂ। ਸੋ ਬਹੁਤ ਵਧੀਆ ਇੱਕ ਦੇਖੋ ਸੋਚ ਇਹ ਵੀ ਇੱਕ ਇਹਨਾਂ ਦੀ ਹੁੰਦੀ ਆ। ਅਸੀਂ ਤਾਂ ਹਮੇਸ਼ਾ ਹੀ ਗੱਲ ਕਰਦੇ ਹਾਂ ਵੀ ਜਦੋਂ 30 ਸਾਲ ਜਿਹੜੇ ਜ਼ਿੰਦਗੀ ਦੇ ਐਜ਼ ਏ ਪੋਲੀਟੀਸ਼ੀਅਨ ਤੁਸੀਂ ਬੇਦਾਗ ਕੱਢ ਦਿੱਤੇ ਤਾਂ ਉਹ ਇਨਸਾਨ ਜਿਹੜਾ ਉਹ ਚੰਗੇ ਕੰਮ ਕਰ ਸਕਦਾ ਆ। ਪੋਸੀਬਿਲਿਟੀ ਹੈ ਵੀ ਹੀ ਕੈਨ ਡੂ ਬੈਟਰ ਥਿੰਗਸ ਆਪਣੇ ਸਮਾਜ ਦੇ ਲਈ, ਦੇਸ਼ ਦੇ ਲਈ। ਸੋ ਇਹਨਾਂ ਦਾ ਅੰਦਰ ਆਫਿਸ ਵੀ ਦੇਖਦੇ ਹਾਂ, ਬੜੀ ਅੱਛੀ ਜਿਹੜੀ ਇਹਨਾਂ ਨੇ ਅੰਦਰ ਵੀ ਜਿਹੜੀ ਆਫਿਸ ਦੀ ਡਿਵੈਲਪਮੈਂਟ ਕੀਤੀ ਹੈ, ਜਿਹੜਾ ਪਾਰਟੀ ਦੇ ਲਈ ਇਹਨਾਂ ਨੇ ਬਣਾਇਆ, ਉੱਥੇ ਵੀ ਆਪਾਂ ਜਾ ਕੇ ਉਹਨੂੰ ਵੀ ਦੇਖਦੇ ਹਾਂ। ਥਾਪਰ ਸਾਹਿਬ ਜਦੋਂ ਅੰਦਰ ਆਫਿਸ ਦੇ ਆਏ ਆ ਤਾਂ ਥੋੜੀ ਆਫਿਸ ਵਾਲੀ ਫੀਲਿੰਗ ਆ ਗਈ ਹੈ ਔਰ ਲੱਗਦਾ ਵੀ ਥੋੜਾ ਉਹ ਮੁੱਦਿਆਂ ਤੇ ਵੀ ਗੱਲ ਕਰ ਲਈ ਇੱਕ ਦੋ ਤੇ ਜਿਹੜੇ ਬੜੇ ਦੇਸ਼ ਨਾਲ ਜੁੜੇ ਹੋਏ ਨੇ। ਜਿਵੇਂ ਜਦੋਂ ਆਧਾਰ ਕਾਰਡ ਬਣੇ ਨੇ ਤਾਂ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਕਹੀ ਵੀ ਆਧਾਰ ਕਾਰਡ ਦਾ ਬੈਨੀਫਿਟ ਨਹੀਂ ਹੈ, ਪਰ ਇਹ ਇੱਕ ਪ੍ਰਾਈਮ ਪ੍ਰੋਜੈਕਟ ਸੀ ਜਿਹੜਾ ਬੀਜੇਪੀ ਸਰਕਾਰ ਲੈ ਕੇ ਆਈ ਸੀ। ਇਹਦੇ ਨਾਲ ਤੁਹਾਨੂੰ ਕੀ ਲੱਗਦਾ ਵੀ ਲੋਕਾਂ ਦਾ ਕੀ ਜਿਹੜਾ ਬੈਨੀਫਿਟ ਹੋਇਆ ਜੀ? ਦੇਖੋ ਆਧਾਰ ਕਾਰਡ ਦਾ ਸੀ ਵਨ ਕਾਰਡ ਹੋਣਾ, ਜੋ ਬਾਹਰਲੇ ਫੋਰਨ ਦੇ ਮੁਲਕਾਂ 'ਚ ਵੀ ਆਪਾਂ ਦੇਖੀਏ ਇੱਕ ਕਾਰਡ ਦੀ ਹੀ ਵੈਲਿਊ ਹੁੰਦੀ ਹੈ, ਜਿਹੜੇ ਨਾਲ ਲੋਕੀ ਨਾਗਰਿਕਤਾ ਵਾਲੇ ਬੰਦੇ ਆਪਣੇ ਸਮਝਦੇ ਨੇ ਕਿ ਬਸ ਕਾਰਡ ਮਿਲ ਗਿਆ ਸਾਨੂੰ, ਬਹੁਤ ਵੱਡੀ ਗੱਲ ਹੋ ਗਈ। ਜੇ ਬੀਜੇਪੀ ਨੇ ਵੀ ਇਹੋ ਜਿਹੀ ਸਕੀਮ ਚਲਾਈ, ਆਯੁਸ਼ਮਾਨ ਕਾਰਡ ਬਣਾਇਆ, ਆਧਾਰ ਕਾਰਡ ਦੀ ਗੱਲ ਕੀਤੀ, ਈ ਸ਼ਰਮ ਕਾਰਡ ਬਣਾਏ ਨੇ ਉਹਨਾਂ ਨੇ, ਉਹ ਇਸੇ ਕਰਕੇ ਕੀਤੇ ਨੇ ਕਿ ਫੈਸਿਲਿਟੀਜ਼ ਜਿਹੜੀਆਂ ਨੇ ਸਿਵਲੀਅਨਸ ਜਿਹੜੇ ਆਪਣੇ ਇੰਡੀਆ ਦੇ ਨੇ ਉਹ ਵੱਧ ਤੋਂ ਵੱਧ ਲੈ ਸਕਣ। ਪਰ ਇੱਥੇ ਮੈਂ ਦੇਖਿਆ ਕੁਝ ਰਾਜਨੀਤੀ ਲੋਕ, ਕਈ ਲੋਕ ਜ਼ਿਆਦਾ ਕਰਦੇ ਨੇ, ਉਹਨਾਂ ਨੇ ਇਸ ਗੱਲ ਦਾ ਵਿਰੋਧ ਵੀ ਕੀਤਾ ਕਿ ਵਨ ਕਾਰਡ ਨਹੀਂ ਹੋਣਾ ਚਾਹੀਦਾ। ਇਹ ਬੜੀ ਜ਼ਰੂਰੀ ਗੱਲਾਂ ਨੇ। ਇਹ ਆਪਾਂ ਨੂੰ ਦੇਖੋ ਬਹੁਤ ਕਿਸਮਤ ਨਾਲ ਹੀ ਇਹੋ ਜਿਹਾ ਲੀਡਰ ਮਿਲਦਾ, ਮੋਦੀ ਸਾਹਿਬ ਵਰਗਾ, ਜਿਨ੍ਹਾਂ ਨੇ ਇਹਨਾਂ ਦਿਮਾਗ ਲੜਾ ਕੇ ਸਾਰਾ ਸੋਚਿਆ ਵੀ ਇੰਡੀਆ ਵਾਸਤੇ ਕੀ ਚੀਜ਼ ਬੈਟਰ ਹੈਗੀ ਹੈ ਔਰ ਕੀ ਕੁਝ ਕੀਤਾ ਜਾਵੇ। ਉਹਦਾ ਲੋਕਾਂ ਨੂੰ ਵਿਰੋਧ ਨਹੀਂ ਕਰਨਾ ਚਾਹੀਦਾ, ਕੁਝ ਪਾਰਟੀਆਂ ਨੂੰ ਜਿਹੜੀ ਆਪਣੇ ਹਿੱਤ ਵਾਸਤੇ ਵਿਰੋਧ ਕਰਦੀਆਂ ਨੇ, ਲੋਕਾਂ ਦੇ ਹਿੱਤ ਨੂੰ ਔਰ ਦੇਸ਼ ਹਿੱਤ ਨੂੰ ਸਭ ਤੋਂ ਉੱਪਰ ਰੱਖਣਾ ਚਾਹੀਦਾ। ਤੇ ਇਹੀ ਗੱਲ ਅੱਗੇ ਆਪਾਂ ਵਧਾਉਂਦੇ ਹਾਂ ਜੀ, ਕਿਉਂਕਿ ਸਰਕਾਰ ਦੀਆਂ ਜੋ ਪਾਲਿਸੀਜ਼ ਨੇ ਅਸੀਂ ਹਮੇਸ਼ਾ ਕਹਿੰਦੇ ਵੀ ਬਹੁਤ ਬਿਹਤਰ ਹੁੰਦੀਆਂ ਨੇ, ਚਾਹੇ ਸਰਕਾਰ ਕੋਈ ਵੀ ਹੋਵੇ। ਜੇ ਉਹ ਚੰਗੇ ਮਨ ਨਾਲ ਕੰਮ ਕਰਨਾ ਚਾਹੁੰਦੀ ਆ ਤਾਂ ਸਰਕਾਰ ਦੀਆਂ ਜਿਹੜੀਆਂ ਪਾਲਿਸੀਜ਼ ਨੇ ਉਹ ਕੋਈ ਗਲਤ ਨਹੀਂ ਹੁੰਦੀਆਂ। ਤੇ ਕਰੋਨਾ ਬਾਰੇ ਵੀ ਜਿਹੜੇ ਜਦੋਂ ਕੋਵਿਡ ਆਇਆ ਤੇ ਬਹੁਤ ਸਾਰੇ ਲੋਕਾਂ ਨੇ ਟੀਕਿਆਂ ਦਾ ਜਾਂ ਮੈਡੀਕਲ ਲਾਈਨ ਦੇ ਉੱਤੇ ਉਂਗਲ ਉਠਾਈ ਆ, ਇਹ ਅੱਜ ਸਾਰੀ ਦੁਨੀਆ 'ਚ ਸਮਝ ਆ ਗਈ ਆ ਵੀ ਜਿਹੜਾ ਟੀਕਾਕਰਨ ਬਹੁਤ ਜ਼ਰੂਰੀ ਆ। ਤੇ ਮੇਰਾ ਖਿਆਲ ਆ ਵੀ ਭਾਰਤ ਜਿਹੜਾ ਨੰਬਰ 1 ਤੇ ਚੱਲ ਰਿਹਾ, ਕਰੋੜਾਂ ਦੇ ਵਿੱਚ ਜਿਹੜਾ ਇਹਦਾ ਟੀਕਾ ਲੱਗ ਗਿਆ, ਇਹ ਵੀ ਇੱਕ ਪ੍ਰਾਪਤੀ ਨਹੀਂ ਤੁਸੀਂ ਗਿਣਦੇ ਵੀ ਬੀਜੇਪੀ ਸਰਕਾਰ ਦੀ? ਬਹੁਤ ਵੱਡੀ ਪ੍ਰਾਪਤੀ ਹੈ। 140 ਕਰੋੜ ਦੀ ਸਾਡੀ ਆਬਾਦੀ ਹੈ। 100 ਕਰੋੜ ਦਾ ਟੀਚਾ ਅਸੀਂ ਅੱਜ ਤੋਂ 1 ਮਹੀਨਾ ਪਹਿਲਾਂ ਪੂਰਾ ਕਰ ਲਿਆ ਸੀ ਔਰ ਅਸੀਂ ਹਰੇਕ ਹਸਪੀਟਲ 'ਚ ਜਾ ਕੇ
ਅਸੀਂ ਉਹਨਾਂ ਦੇ ਸਫਾਈ ਸੇਵਕਾਂ ਨੂੰ, ਉਹਨਾਂ ਡਾਕਟਰਾਂ ਨੂੰ ਸਪੈਸ਼ਲ ਸਨਮਾਨਿਤ ਕੀਤਾ ਜਿਨ੍ਹਾਂ ਨੇ ਇਸ ਟਾਰਗੇਟ ਨੂੰ ਅਚੀਵ ਕਰਨ ਵਾਸਤੇ ਸਾਨੂੰ ਤਾਕਤ ਦਿੱਤੀ ਹੈ ਔਰ ਬੜਾ ਅੱਛਾ ਤਰੀਕੇ ਨਾਲ ਉਹਨਾਂ ਨੇ ਇੰਪਲੀਮੈਂਟ ਕੀਤਾ ਹੈ। ਮੋਦੀ ਸਾਹਿਬ ਨੂੰ ਇਸ ਗੱਲ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਕਿਉਂਕਿ ਦੇਖੋ ਇਹੋ ਜਿਹਾ ਲੀਡਰ ਹਿੰਦੁਸਤਾਨ ਦੇ ਵਿੱਚ ਹੈ ਜਿਸ ਨੇ ਵਰਲਡ ਲੈਵਲ ਦੇ ਵਿੱਚ ਇੱਕ ਰਿਕਾਰਡ ਬਣਾਇਆ, 100 ਕਰੋੜ ਤੋਂ ਉੱਪਰ ਟੀਕਾਕਰਨ ਕੀਤਾ। ਕੋਈ ਮੁਲਕ ਉਹ ਸਾਰੇ ਮੁਲਕ ਹੈਰਾਨ ਨੇ ਇਸ ਗੱਲ ਵਾਸਤੇ ਕਿ ਵੀ ਇੰਡੀਆ ਨੇ ਇੰਨੀ ਜ਼ਿਆਦਾ ਤਰੱਕੀ ਕੀਤੀ, ਇੰਨਾ ਫਾਸਟ ਤਰੀਕੇ ਨਾਲ ਕਰੋਨਾ ਦਾ ਕੰਮ ਕੀਤਾ। ਔਰ ਸਾਨੂੰ ਸਰ ਸਪੈਸ਼ਲ ਹਦਾਇਤਾਂ ਆਉਂਦੀਆਂ ਨੇ ਹੈਲਥ ਮਿਨਿਸਟਰੀ ਤੋਂ। ਮੈਨੂੰ 2 ਵਾਰੀ ਹੈਲਥ ਮਿਨਿਸਟਰੀ ਵੱਲੋਂ ਇੱਥੇ ਕੁਸ਼ਲਿਆ ਮਾਤਾ ਹਸਪੀਟਲ 'ਚ ਫਿਰ ਰਜਿੰਦਰਾ ਹਸਪੀਟਲ 'ਚ ਇੰਚਾਰਜ ਬਣਾ ਕੇ ਭੇਜਿਆ ਗਿਆ ਕਿ ਦੇਖੋ ਉੱਥੇ ਜਿਹੜੇ ਵਰਕ ਹੋ ਰਹੇ ਨੇ, ਜੋ ਸਾਡੀਆਂ ਅਸੀਂ ਫੰਡ ਮੁਹੱਈਆ ਕਰਾ ਰਹੇ ਹਾਂ, ਉੱਥੇ ਮਸ਼ੀਨਾਂ ਲੱਗ ਰਹੀਆਂ ਨੇ, ਦਵਾਈਆਂ ਪ੍ਰੋਪਰ ਦਿੱਤੀਆਂ ਜਾ ਰਹੀਆਂ ਨੇ, ਜਾਂ ਉਹ ਡਾਕਟਰ ਨੂੰ ਸਨਮਾਨਿਤ ਕਰਨ ਦਾ ਕੰਮ ਸੀ, ਉਹਨਾਂ ਨੇ ਸਾਡੀਆਂ ਡਿਊਟੀਜ਼ ਲਗਾਈਆਂ। ਦੇਖੋ ਇੱਦਾਂ ਦੀ ਕੋਈ ਪਾਰਟੀ ਕਰਦੀ ਨਹੀਂ, ਨਾ ਕਿਸੇ ਪਾਰਟੀ ਨੇ ਅੱਜ ਤੱਕ ਕੀਤਾ ਹੈ। ਜਿੰਨੀਆਂ ਪਾਰਟੀਆਂ ਤੁਸੀਂ ਦੇਖ ਲਓ ਅੱਜ ਤੱਕ ਕਦੇ ਉਹਨਾਂ ਨੇ ਵਰਕ ਨਹੀਂ ਕੀਤਾ। ਕਰਪਸ਼ਨ ਤਾਂ ਜ਼ਰੂਰ ਕੀਤੀ ਹੋਣੀ ਹੈ, ਲੁੱਟਮਾਰ ਜ਼ਰੂਰ ਕੀਤੀ ਹੈ, ਪਰ ਕਦੇ ਵੀ ਉਹਨਾਂ ਨੇ ਦੇਸ਼ ਹਿੱਤ ਵਾਸਤੇ ਸੇਵਾ ਦਾ ਕੰਮ ਕਦੇ ਨਹੀਂ ਕੀਤਾ। ਉਹ ਗੱਲਬਾਤ ਕੀਤੀ ਆ ਥਾਪਰ ਸਾਹਿਬ ਨਾਲ। ਵੋਟਰ ਦਾ ਆਪਣਾ ਅਧਿਕਾਰ ਹੁੰਦਾ ਵੀ ਵੋਟ ਕਿਸ ਨੂੰ ਪਾਉਣੀ ਹੈ, ਪਰ ਜਦੋਂ ਆਪਾਂ ਵਿਚਾਰ ਸੁਣਦੇ ਹਾਂ ਕਿਸੇ ਲੀਡਰ ਦੇ ਜਾਂ ਕਿਸੇ ਵੀ ਉਸ ਆਗੂ ਦੇ ਜੋ ਦੇਸ਼ ਲਈ ਸੇਵਾ ਕਰਨੀ ਚਾਹੁੰਦਾ ਹੈ, ਤਾਂ ਥੋੜ੍ਹਾ ਮਨ ਜਿਹੜਾ ਆ ਉਹ ਪੋਜ਼ਿਟਿਵ ਚੁਣਨਾ ਸੌਖਾ ਹੋ ਜਾਂਦਾ ਆ। ਇੱਕ ਗੱਲ ਜ਼ਰੂਰ, ਵੋਟ ਬੇਸ਼ੱਕ ਕਿਸੇ ਨੂੰ ਵੀ ਪਾਇਓ, ਪਰ ਵੋਟ ਪਾਇਓ ਜ਼ਰੂਰ, ਕਿਉਂਕਿ ਇਹ ਇੱਕ ਨੈਸ਼ਨਲ ਏਜੰਡਾ ਆ ਵੀ ਵੋਟ ਜ਼ਰੂਰ ਪਾਉਣੀ ਚਾਹੀਦੀ ਆ। ਸਾਡੇ ਬਹੁਤ ਸਾਰੇ ਵੋਟਰ ਜਿਹੜੇ ਨੇ ਉਹ ਬੂਥ ਤੱਕ ਪਹੁੰਚਦੇ ਨਹੀਂ, ਵੋਟ ਪਾਉਂਦੇ ਨਹੀਂ, ਪਰ ਬਾਅਦ ਵਿੱਚ ਅਸੀਂ ਸਭ ਤੋਂ ਵੱਧ ਕਿੰਤੂ ਪਰੰਤੂ ਕਰਦੇ ਹਾਂ ਵੀ ਅਸੀਂ ਲੀਡਰ ਜਿਹੜਾ ਉਹ ਬਿਹਤਰੀਨ ਨਹੀਂ ਚੁਣ ਸਕੇ। ਸੋ ਜਿੱਥੇ ਅਸੀਂ ਚੰਗੇ ਲੀਡਰ ਨੂੰ ਚੁਣਨਾ ਆ, ਉੱਥੇ ਅਸੀਂ ਆਪਣੀ ਵੋਟ ਦਾ ਇਸਤੇਮਾਲ ਵੀ ਜ਼ਰੂਰ ਕਰਨਾ ਹੈ, ਕਿਉਂਕਿ ਤੁਹਾਡੀ ਜਿਹੜੀ ਇੱਕ ਵੋਟ ਹੈ ਉਹ ਸਾਡੇ ਦੇਸ਼ ਦੇ ਭਵਿੱਖ ਨਾਲ ਜੁੜੀ ਹੋਈ ਆ। ਸੋ ਇਹਨਾਂ ਗੱਲਾਂ ਨਾਲ ਹੀ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਜੈ ਹਿੰਦ, ਜੈ